के बाद खुशामदीद। नाज़रीन, चंद पैसों का लालच और अदम बर्दाश्त हमारे मुआशरे को खा रही है। इन्हीं बीमारियों की वजह से मुआशरे में जराइम बढ़ते चले जा रहे हैं। कोई नहीं जानता कि कब, कहा, किस बात पर मामला कत्ल गारत तक जा पहुंचे। आज ऐसी ही एक दास्तान सामने आई जिसके पस मंजर में कोई खास वजह भी नहीं थी, लेकिन मामला कत्ल गारत तक जा पहुंचा था। नारोवाल में चिंची रिक्शा पर सवारियां बिठाने का तनाजा था। मामूली सा झगड़ा था कि जिसको आराम से सुलझाया जा सकता था या फिर नजरअंदाज किया जा सकता था। मुआशरे में अदम बर्दाश्त इस कदर बढ़ चुकी है कि मामूली से तनाजे पर गरीब रिक्शा ड्राइवर को गोलियों से छलनी कर दिया गया। मैं इन्हां दा महल्लेदार हां ते ਇਹ ਭਾਈ ਬਾਦਲ ਨੇ ਬੱਚੇ ਬੜੇ ਔਖੇ ਮਿਹਨਤ ਮਜ਼ਦੂਰੀ ਕਰਕੇ ਤਾਂ ਆਪਣੇ ਪਾਲੇ ਸਾਂ। ਨਿੱਕੇ ਨਿੱਕੇ ਬੱਚੇ ਸਾਂ ਜਿਹਦੇ ਨਾਲ ਵਾਲਦਾ ਫੌਤ ਹੋ ਗਈ। ਇਹ ਭਾਈ ਬਾਦਲ ਨੇ ਬੱਚੇ ਜਿਸ ਤਰ੍ਹਾਂ ਪਾਲੇ ਨੇ, ਭਾਈ ਬਾਦਲ ਨੂੰ ਪਤਾ ਕਿ ਜਿਸ ਤਰ੍ਹਾਂ ਉਹਨੇ ਮਿਹਨਤ ਮਜ਼ਦੂਰੀ ਕਰਕੇ ਪਾਲੇ। ਹੁਣ ਉਹਨੇ ਵੱਡੇ ਬੱਚੇ ਨੂੰ ਰਿਕਸ਼ਾ ਲੈ ਕੇ ਦਿੱਤਾ ਸੀ ਉਧਾਰ ਪੈਸੇ, ਇਸ ਤਰ੍ਹਾਂ ਕਰਕੇ ਕਿ ਚਲੋ ਰੋਜ਼ਗਾਰ ਟੁਰਿਆ ਰਹੇ। ਛੋਟੇ ਬੱਚੇ ਨੂੰ ਪੈਸੇ ਲੈ ਕੇ ਚਾਹ ਦੀ ਦੁਕਾਨ ਪਾ ਕੇ ਦਿੱਤੀ ਤੇ ਬੱਚੇ ਮਤਲਬ ਬਹੁਤ ਬਰਖੁਰਦਾਰ ਬੱਚੇ ਨੇ, ਮਤਲਬ ਇੱਜ਼ਤ ਅਫਜ਼ਾਈ ਕਰਨ ਵਾਲੇ ਬੱਚੇ ਨੇ। ਹਰ ਬੰਦੇ ਨਾਲ ਇਹ ਜੀ ਕਰਕੇ ਆਉਂਦੇ ਨੇ, ਚਾਚਾ ਜੀ ਤਾਇਆ ਜੀ ਤੋਂ ਸਿਵਾ ਬੱਚੇ ਨਹੀਂ ਬੋਲਦੇ। ਇਹਨਾਂ ਨੂੰ ਕਿਸੇ ਵੀ ਹਮਸਾਏ ਨੂੰ, ਕਿਸੇ ਭੈਣ ਭਰਾ ਨੂੰ ਇਹਨਾਂ ਤੋਂ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ। ਇਹ ਬੱਚਾ ਮਤਲਬ ਮੌਸਮ ਨਾਲ ਮਾੜੀ ਜੀ ਤਲਕ ਕਲਾਮੀ ਹੋਈ ਹੈ, ਉਹਦੇ ਦਾ ਵੱਡਾ ਐਡਾ ਵੱਡਾ ਇਸ਼ੂ ਕੋਈ ਨਹੀਂ ਸੀ ਜਿਹਦੇ 'ਚ ਬੱਚੇ ਨੂੰ ਕਤਲ ਕਰ ਦਿੱਤਾ ਜਾਏ। ਇਹ ਘਰੋਂ ਆਪਣੇ ਮਤਲਬ ਆਏ ਨੇ ਰਾਤਾਂ ਇਕੱਠੇ ਹੋ ਕੇ, ਉਹ ਮਤਲਬ ਕਿ ਉੱਥੇ ਖੜੇ ਨੇ, ਰੋਟੀ ਛੋਟੀ ਖਾਣ ਡੇ ਆ। ਮੈਂ ਇਹਨਾਂ ਦੇ ਕੋਲੋਂ ਲੰਘ ਕੇ ਗਿਆ ਜਦੋਂ ਬੱਚੇ ਲੈਣ ਸਕੂਲ ਟਾਈਮ। ਇਹ ਮਤਲਬ ਆਪਣੇ ਬੱਚਿਆਂ ਨੂੰ ਬਿਠਾ ਕੇ ਕੋਲ ਉਹਨਾਂ ਨੂੰ ਖਾਣਾ ਖਵਾਉਣ ਡਿਆ, ਬੱਚੇ ਖਾਣਾ ਖਾਣ ਡੇ ਨੇ। ਮੈਂ ਸਕੂਲ ਮਤਲਬ ਗਿਆ ਤੇ ਉੱਧਰੋਂ ਮਤਲਬ ਕਿ ਯਕਦਮ ਕਿਤੇ ਇਕੱਠੇ ਹੋ ਗਏ ਨੇ ਰਾਤਾਂ। ਅਗਰ ਉਹਨਾਂ ਦਾ ਇਰਾਦਾ ਕੋਈ ਹੁੰਦਾ, ਉਹਨਾਂ ਨੂੰ ਪਤਾ ਹੁੰਦਾ, ਬੱਚੇ ਆਪਣੇ ਨੂੰ ਗਾਂਹ ਪਿਛਾਂਹ ਕਰ ਦਿੰਦਾ। ਤੇ ਮਤਲਬ ਕਿ ਬੱਚੇ, ਉਹ ਬੱਚਾ ਜਿਹੜਾ ਚਾਹ ਵਾਲਾ ਸੀ, ਉਹ ਮਤਲਬ ਆਪਣਾ ਪਿਓ ਬਿਮਾਰ ਆ, ਬਾਦਲ ਅਲੀ ਜਿਹੜਾ ਬਿਮਾਰ ਆਦਮੀ ਹੈ, ਉਹ ਇਹਦਾ ਦਵਾ ਦਾਰੂ ਜਿੰਨਾ ਵੀ ਸੀ ਉਸ ਬੱਚੇ ਦੇ ਸਿਰ 'ਤੇ ਸੀ। ਦੂਸਰਾ ਬੱਚਾ ਮੇਰੇ ਨਾਲ ਮਜ਼ਦੂਰੀ ਕਰਕੇ ਉਹ ਘਰ ਦਾ ਸਿਸਟਮ ਚਲਾਉਂਦਾ ਸੀ, ਹਾਂਡੀ ਰੋਟੀ ਦਾ। ਇਹਨਾਂ ਵੈਸੇ ਭਾਈ ਬਾਦਲ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਹੈ। ਉਹਦੇ ਬੱਚੇ ਨੂੰ ਨਜਾਇਜ਼ ਆ ਕੇ ਆਏ ਨੇ, ਨਾ ਕੋਈ ਗੱਲ ਨਾ ਕੋਈ ਬਾਤ ਨਾ ਪੁੱਛੀ ਹੈ। ਇਹਨਾਂ ਆਉਂਦੇ ਹੀ ਉਹ 'ਤੇ ਫਾਇਰਿੰਗ ਕਰ ਦਿੱਤੀ ਹੈ। ਤੇ ਭਾਈ ਦਾ ਉਹਦਾ ਬੱਚਾ ਫੌਤ ਹੋ ਗਿਆ। ਜਿਹੜਾ ਸਾਡੀ ਮਤਲਬ ਕਿ ਆਲਾ ਕੰਮ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਜ਼ਿਆਦਤੀ ਹੋਈ ਹੈ, ਬਹੁਤ ਬੜੀ ਜ਼ਿਆਦਤੀ ਹੋਈ ਹੈ, ਜਿਹਦਾ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਤੇ ਇਹਨਾਂ ਨੂੰ ਮੁਲਜ਼ਮਾਂ ਨੂੰ ਤਮਾਮ ਮੁਲਜ਼ਮ ਸਰੇਆਮ ਸਜ਼ਾ ਦੇ ਕੇ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜਾਏ, ਤਾਂ ਕਿ ਆਇੰਦਾ ਕੋਈ ਵੀ ਆਦਮੀ ਕਿਸੇ ਨਾਲ ਐਡੀ ਵੱਡੀ ਜ਼ਿਆਦਤੀ ਕਰਨ ਦੀ ਕੋਸ਼ਿਸ਼ ਨਾ ਕਰੇ। ਸਾਡੇ DPO ਸਾਹਿਬ ਅੱਗੇ, SHO ਸਾਹਿਬ ਅੱਗੇ, तमाम ਵੱਡੇ जिन्ने भी सरबराह ने, उन्होंने अपील है कि भाई बादल को इंसाफ दिता जाए। मोहल्लेदार मकतूर की शराफत की गवाही दे रहे हैं। मोहल्लेदार के मुताबिक उसको नाहक कत्ल किया गया। मामूली सा तनाजा था कि जिसकी पादाश में मेहनत कुश को उतार दिया मौत के घाट। मैं रिक्शा चलाना वा। रिक्शा चलाने वक्त 24 तरीक वाले दिन 11 बाई दफ्तर के सामने मेरी रिक्शे के उत्तों रिक्शे ते रस्ता मंगन दे उत्तों थोड़ा सारा मूँह माड़ी हुई है, तकरार हुई है उस बंदे दे नाल, रिक्शे वाले नाल। उन्हें अपने बाप दे नाल रल के मेरे नाल बदतमीजी की, मेरे नाल झगड़िया। ਉਹਦੇ ਬਾਵਜੂਦ ਝਗੜਾ ਮੁਕਾ ਦਿੱਤਾ। ਝਗੜੇ ਤੋਂ ਬਾਅਦ ਰਿਕਸ਼ੇ ਵਾਲਿਆਂ ਨੇ ਸਾਡੀ ਸੁਲ੍ਹਾ ਉੱਥੇ ਕਰਾ ਦਿੱਤੀ ਹੈ। ਉਹਦੇ ਬਾਅਦ ਮੈਂ ਸਵਾਰੀਆਂ ਲੈ ਕੇ ਚਲਾ ਗਿਆ। ਉਹ ਮੁੰਡਾ ਵਾਪਸ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਬੁਲਾ ਕੇ ਲਿਆਇਆ, 5-7 ਮੁੰਡਿਆਂ ਨੂੰ। ਰਸੀਲ ਫਾਟਕ 'ਤੇ ਮੈਂ ਸਵਾਰੀਆਂ ਉਤਾਰ ਰਿਹਾ ਸਾਂ, ਉੱਥੇ ਮੇਰੇ ਨਾਲ ਝਗੜਿਆ ਨੇ, ਮੈਨੂੰ ਮਾਰਿਆ, ਮੈਨੂੰ ਚਪੇੜਾਂ ਮਾਰੀਆਂ ਨੇ। ਮੈਂ ਵਾਪਸ ਆਇਆ ਵਾਂ। ਮੈਂ ਚੌਂਕ 'ਚ ਆ ਕੇ ਖੜ੍ਹਾ ਹੋਇਆ ਤੇ ਮੇਰੇ ਵਾਲਦ, ਮੇਰੇ ਅੱਬੂ, ਮੇਰੇ ਭਾਈ ਤੇ ਮੇਰੇ ਚਾਚੂ ਮੇਰੇ ਕੋਲ ਖਲੇ ਨੇ, ਆ ਕੇ ਪੁੱਛ ਰਹੇ ਨੇ ਮੈਨੂੰ ਕਿ ਕੀ ਮਾਮਲਾਤ ਹੋਇਆ ਵਾ। ਪਤਾ ਲੱਗਾ ਤੇਰਾ ਝਗੜਾ ਹੋਇਆ। ਇੰਨੀ ਦੇਰ ਦੇ ਵਿੱਚ ਉਹ ਮੁੰਡੇ ਰਿਕਸ਼ੇ ਦੇ ਉੱਤੇ ਤੇ 125 ਦੇ ਉੱਤੇ ਆਏ ਨੇ। ਉਹਨਾਂ ਨੇ ਆਉਂਦਿਆਂ ਫਾਇਰਿੰਗ ਕੀਤੀ ਹੈ। ਉਹਦੇ ਵਿੱਚ ਆ ਕੇ ਮੇਰੇ ਭਾਈ ਨੂੰ ਫਾਇਰ ਲੱਗੇ ਨੇ। ਮੇਰਾ ਭਾਈ ਉਹਦੇ ਵਿੱਚ ਆ ਕੇ ਉੱਥੇ ਡਿੱਗ ਪਿਆ ਵਾ। ਉਹ ਫਰਾਰ ਹੋ ਗਏ ਨੇ ਉੱਥੋਂ ਮੌਕੇ 'ਤੇ। ਇੱਕ ਜਣਾ ਫੜਿਆ ਗਿਆ ਵਾ। ਅਸੀਂ ਰਿਕਸ਼ੇ ਦੇ ਉੱਤੇ ਪਾ ਕੇ ਆਪਣੇ ਭਾਈ ਨੂੰ ਹਸਪਤਾਲ ਖੜ ਰਹੇ ਹਾਂ। ਰਸਤੇ ਦੇ ਵਿੱਚ ਉਹਦੀ ਡੈਥ ਹੋ ਗਈ ਆ। ਸਾਡੀ ਇਹ ਦਰਖਾਸਤ ਹੈ ਕਿ ਸਾਡੇ ਨਾਲ ਜ਼ੁਲਮ ਹੋਇਆ ਵਾ। ਅਸੀਂ ਮਜ਼ਦੂਰ ਹਾਂ। ਭਾਈ ਮੇਰਾ ਚਾਹ ਲਾਉਂਦਾ ਸੀ, ਮੈਂ ਰਿਕਸ਼ਾ ਚਲਾਉਂਦਾ ਸਾਂ। ਨਵਾਂ ਉਹਦੀ ਸ਼ਾਦੀ ਕੀਤੀ ਸੀ, ਬੱਚਾ ਹੋਣ ਵਾਲਾ। ਸਾਡੀ ਅਪੀਲ ਹੈ ਕਿ ਸਾਡਾ ਸੁਣੀ ਜਾਏ, ਸਾਡੀ ਦਰਖਾਸਤ 'ਤੇ ਅਮਲ ਕੀਤਾ ਜਾਏ। ਸਾਡਾ ਜ਼ੁਲਮ ਹੋਇਆ, ਜਿਹੜਾ ਸਾਡਾ ਜ਼ੁਲਮ ਦਾ ਨਤੀਜਾ ਦਿੱਤਾ ਜਾਏ। ਸਾਡੀ ਅਪੀਲ ਹੈ ਵੱਡੇ ਸਾਰਿਆਂ, ਸਾਡੇ ਮੁਜਰਮ ਮੇਰੇ ਭਾਈ ਦੇ ਨਜਾਇਜ਼ ਕਤਲ ਦਾ ਹਿਸਾਬ ਕੀਤਾ ਜਾਏ। ਜਿਸ ਤਰ੍ਹਾਂ ਮੇਰੇ ਭਰਾ ਨੂੰ ਉੱਥੇ ਚੌਂਕ ਦੇ ਵਿੱਚ ਸਰੇਆਮ ਨਜਾਇਜ਼ ਕਤਲ ਕੀਤਾ ਗਿਆ, ਸਾਡੀ ਗੌਰਮੈਂਟ ਅੱਗੇ
DPO ਸਾਹਿਬ ਅੱਗੇ ਅਪੀਲ ਹੈ ਕਿ ਜਿਵੇਂ ਮੇਰੇ ਭਰਾ ਨਾਲ ਜ਼ੁਲਮ ਕੀਤਾ ਗਿਆ ਇੰਝ ਉਹਨਾਂ ਨੂੰ ਵੀ ਉੱਥੇ ਚੌਂਕ ਦੇ ਵਿੱਚ ਸਜ਼ਾ ਦਿੱਤੀ ਜਾਏ। ਮੇਰੇ ਭਰਾ ਦੇ ਨਾਲ ਜਿਹੜਾ ਜ਼ੁਲਮ ਹੋਇਆ ਉਹਦਾ ਹਿਸਾਬ ਕੀਤਾ ਜਾਏ। ਐਸ ਮਾਰਿਆ कि जिस तरह मेरे भरा दे नाल होया उस तरह किसी होर दे नाल ना होए। आई के मुताबिक उसका मामूली सा झगड़ा हुआ था। मुलजिमान ने पहले उस पर तशद्दुद किया, उसके बाद भी जुल्म का सिलसिला रुक न सका। वो मोहल्ले में आकर उसको मारना चाहते थे। इसी वजह से उन्होंने सरेआम दहकती गोलियों की बौछार की। उसका मेहनतकश भाई गोलियों की जद में आकर जिंदगी की बाजी हार गया। मुलजिमान ने पूरे इलाके में अपनी चौधराहट कायम करने के लिए खेली थी खून की होली। मजबूर बेबस नौजवान क्या करता, इसका तो तनाज़ा भी ना था। मुलजिमान ने पूरे इलाके को खौफजदा करने के लिए नौजवान को बेदर्दी से कत्ल कर दिया था। मैं इबादत अली नारोवाल बाईपास ਤੋਂ ਗੱਲ ਕਰ ਰਿਹਾ ਵਾਂ। ਮੇਰਾ ਬੇਟਾ ਸੁਨੈਨ ਰਜ਼ਾ 24 ਤਰੀਕ ਕੱਲ੍ਹ ਦਿਨ 2 ਵਜੇ ਮੁਜਰਮਾਂ ਨੇ ਕਤਲ ਕਰ ਦਿੱਤਾ ਹੈ, ਜਿਹਦੇ ਵਿੱਚ ਹਜੇ ਤੱਕ ਕੋਈ ਮੁਜਰਮ ਗ੍ਰਿਫਤਾਰ ਨਹੀਂ ਹੋਇਆ। DPO ਸਾਹਿਬ ਅੱਗੇ ਇਤਲਾਹ ਹੈ ਕਿ ਮੁਜਰਮ ਗ੍ਰਿਫਤਾਰ ਕਰਨ ਤੇ ਮੇਰੇ ਨਾਲ ਬਹੁਤ ਜ਼ੁਲਮ ਹੋਇਆ। ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਬੱਚਾ ਮਾਰ ਦਿੱਤਾ। ਮੇਰੇ ਸਾਹਮਣੇ ਇਹਨਾਂ ਨੇ ਖਲੋਤੇ ਸਾਜੀ ਫਾਇਰਿੰਗ ਕਰ ਦਿੱਤੀ ਹੈ। ਮੇਰਾ ਬੱਚਾ ਮਾਰ ਦਿੱਤਾ ਇਹਨਾਂ ਨੇ। ਬਹੁਤ ਜ਼ੁਲਮ ਮੇਰੇ ਨਾਲ ਹੋਇਆ। ਬੱਚੇ ਦੀ ਸ਼ਾਦੀ ਕੀਤੀ ਹੈ, ਬੇਟੀ ਬੇਟਾ ਹੋਣ ਵਾਲਾ ਹੈ, ਹੋਣ ਤੋਂ ਪਹਿਲੇ ਹੀ ਉਹਨਾਂ ਯਤੀਮ ਕਰ ਦਿੱਤਾ। ਮੇਰਾ ਬੱਚਾ ਇਹਨਾਂ ਨੇ ਮਾਰ ਛੱਡਿਆ ਜਨਾਬ। ਬੜਾ ਜ਼ੁਲਮ ਹੋਇਆ। ਮੈਨੂੰ ਇਨਸਾਫ ਚਾਹੀਦਾ। ਬਹੁਤ ਸਾਰੀ ਜ਼ਿਆਦਤੀ ਮੇਰੇ ਨਾਲ ਹੋਈ ਹੈ। दोपहर के टाइम मेरी अखों के सामने मेरा बच्चा इन्हें कतल किया। सरकार कोई लड़ाई नहीं, कोई झगड़ा नहीं, पिछों मशवरा करके आए ने। रक्शे तो इन्हों नाल होई है, बड़े बच्चे नाल मेरे नाल सवारी तो रस्सा मंगन तो सरकार मार इन्हें चाह वाला बच्चा मेरा दिता है, जो चाह की दुकान करके पेट पालता है बीवी का। तो मेरा मैं मरीज आदमी हाँ, बीमार रहना। बच्चा चाह वेचता ही मेरा पेट पालता। मेरी आंखों के सामने मेरा बच्चा कत्ल कर देता है। अब तड़प रहा है। बाप की आंखों के सामने उसके मेहनतकश बेटे के जिस्म में दहकती गोलियां उतारी गईं। बेटे ने बाप के सामने तड़प तड़प कर जान दी है। बेबस बाप की हर कोशिश रायगा गई। बाप अपने लखते जिगर को ना बचा सका। मेरे जवाई नूं जायज़ हक कतल किया गया तो सानू DPO साहब अगे अपील है, सानू इंसाफ चाहिए वै। इंसाफ चाहिए। साढ़े मुलजम जिहड़े ने वो कर्फ्यू किरदार तक उपड़ने चाहिए ने। अगे जिला नारोवाल DPO साहब अगे अपील करना वा, जिहड़े मेरे भतरीजे दे मेरे जवाई दे कातिल ने उन्होंने फड़ के कर्फ्यू किरदार तक पहुँचाया जाए। DPO के मैं अपील करना वा। गरीब मेहनतकश की कुछ अरसा कबल ही शादी हुई थी। सुसरपी दामाद की मौत पर गमज़दा है। वर्षा के वहमो गुमान में भी ना था कि अचानक सबके सामने उसे मार दिया जाएगा। मामूली एक वक़ुआ के बाद एक इंसान की जान को मौत से दो चार कर दिया गया। पुलिस ने इसमें भी काम मुकम्मल कर लिया है। मुलज़म जो है गिरफ़्तार एक हो भी चुका है। बाकी मुलज़मान जो है वन करीब उनको हम गिरफ़्तार कर लेंगे। इंसाफ के तकाज़े पूरे किए जाएंगे, क्योंकि नस्ल इंसानी का जो कत्ल है ये पुलिस की हिस्ट्री में सबसे ज़्यादा अहम केस हुआ करता है। और मैं समझता हूँ कि जो पुलिस ऑफिसर जो है लोगों की जान माल की हिफाजत के सिलसिले में ख़ुसूसी तौर पे कत्ल के मामले में ईमानदारी से काम करता है, वो अल्लाह ताला की बहुत बड़ी नेकियों में से नेकी हासिल कर लेता है। तो मैं आपको यकीन दिलाता हूँ कि इसमें भी इंसाफ के तकाजे 100% पूरे किए जाएंगे। पुलिस मुलजिम को पकड़ने के लिए हर मुमकिन कोशिश कर रही है। पुलिस के मुताबिक मुलजिमान को सजा मिलेगी और वर्षा को इंसाफ भी मिलेगा। मामूली सी बात पर मुलजिमान ने गरीब मेहनतकश पर गोलियां बरसा दी। जुल्म की इंतहा थी। बाप के सामने बेटे की लाश मौजूद थी। मामूली सा तनाज़ा था जिसको नजरअंदाज किया जा सकता था। ऐसे सफाक मुलजिमान को सख्त सजा मिलनी चाहिए ताकि इंसाफ के तकाजे पूरे हो सके। यहाँ वक्त हुआ है मुख्तसर सी ब्रेक का, हमारे साथ रहिएगा।